ਇਹਨੇ ਸੁਪਨਾ ख्वाब ਦੇਖਿਆ ਹੈ ਕਾਬੇ ਦਾ। ਅਗਰ ਇਹ ਕਾਬੇ ਜਾ ਕੇ ਰਹਿਣ ਲੱਗ ਜਾਵੇ ਨਾ, ਤੈਨੂੰ ਫਿਰ ਪਤਾ ਲੱਗੇਗਾ ਕਿਉਂਕਿ ਉੱਥੋਂ ਦੇ ਜਿਹੜੇ ਜ਼ਿਆਦਾਤਰ ਮੁਸਲਮਾਨ ਹਨ ਨਾ, ਉਹ ਇੱਥੋਂ ਦੇ ਮੁਸਲਮਾਨਾਂ ਨੂੰ ਮੁਸਲਮਾਨ ਹੀ ਨਹੀਂ ਸਮਝਦੇ ਹਨ। ਪਹਿਲੀ ਗੱਲ ਤਾਂ ਇਹ, ਅਤੇ ਬਹੁਤ ਵਿਤਕਰਾ ਹੈ, ਬਹੁਤ ਈਰਖਾ ਹੈ ਜ਼ਿਆਦਾਤਰ ਧਾਰਮਿਕ ਸਥਾਨਾਂ 'ਤੇ। ਬਾਹਰੋਂ ਨਹੀਂ ਨਾ ਪਤਾ ਲੱਗਦਾ, ਆਦਮੀ ਸੁਪਨੇ ਦੇਖਦਾ, ख्वाब ਦੇਖਦਾ, ਪਰ ਇੱਕਦਮ ਜਾ ਕੇ ਮੁੜਾ ਫਿਰ ਨਹੀਂ ਪਤਾ ਲੱਗਦਾ, ਕੁਛ ਦਿਨ ਰਹਿ ਕੇ ਪਤਾ ਲੱਗਦਾ। ਇਵੇਂ ਹੀ ਹੋਇਆ ਕੁਛ ਸਮੇਂ ਪਹਿਲੇ ਇੱਥੇ ਇੱਕ ਲਾਗਲੇ ਪਿੰਡ ਦਾ ਹੀ ਗੁਰਮੁਖ ਪਿਆਰਾ ਉੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਰਿਹਾ ਸੀ, ਅਤੇ ਉਹਨੇ ਆਣ ਕੇ ਮੈਨੂੰ ਦੱਸਿਆ, ਕਹਿੰਦਾ ਮੈਂ ਹੈਰਾਨ ਹੋ ਗਿਆ ਵੀ ਜੈਸਾ ਅਸੀਂ ਸੋਚਦੇ ਸੀ ਵੀ ਉੱਥੇ ਤੇ ਕੀਰਤਨ ਹੁੰਦਾ ਹੈ, ਗੁਰਬਾਣੀ ਚੱਲਦੀ ਹੈ ਅਤੇ ਬਹੁਤ ਸ਼ਾਂਤੀ ਹੋਵੇਗੀ, ਪਰ ਉੱਥੇ ਰਹਿਣ ਵਾਲੇ ਲੋਕ ਜਿਹੜੇ ਹਨ ਉਹਨਾਂ 'ਚ ਸ਼ਾਂਤੀ ਨਹੀਂ, ਮੁਲਾਜ਼ਮਾਂ 'ਚ ਸ਼ਾਂਤੀ ਨਹੀਂ, ਸੇਵਾਦਾਰਾਂ 'ਚ ਸ਼ਾਂਤੀ ਨਹੀਂ। ਬਹੁਤ ਈਰਖਾ ਹੈ, ਨਫ਼ਰਤ ਹੈ, ਟਿਕਣ ਨਹੀਂ ਦਿੰਦੇ ਹੈ। ਅਤੇ ਐਸਾ ਸੁਭਾਵਿਕ ਹੀ ਹੈ ਕਿਉਂਕਿ ਜਿਹੜੇ ਰਹਿ ਰਹੇ ਹਨ ਧਾਰਮਿਕ ਸਥਾਨਾਂ 'ਤੇ ਜ਼ਿਆਦਾਤਰ, ਉਹ ਸਾਰੇ ਹੀ ਸੰਸਾਰੀ ਹਨ, ਆਪਣੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਵਾਸਤੇ ਨੌਕਰੀ ਕਰ ਰਹੇ ਹਨ, ਅਤੇ ਨੌਕਰੀ ਕਰਨ ਵਾਲਾ ਜਾਂ ਬਿਜ਼ਨਸਮੈਨ, ਤਾਂ ਉਹਦਾ ਤਾਂ ਖਿਆਲ ਹੁੰਦਾ ਹੈ ਨਾ ਵੀ ਆਮਦਨ ਵੱਧ ਹੋਵੇ, ਅਤੇ ਨੌਕਰੀ ਦੇ ਵਿੱਚ ਤਰੱਕੀ ਹੋਵੇ, ਹਰੇਕ ਹੀ ਸੋਚਦਾ ਹੈ। ਅਤੇ ਇਵੇਂ ਹੀ ਧਾਰਮਿਕ ਸਥਾਨਾਂ 'ਤੇ ਰਹਿਣ ਵਾਲੇ ਵੀ ਸੋਚਦੇ ਹੀ ਹਨ ਵੀ ਹੋਰ ਤਰੱਕੀ ਹੋਵੇ, ਹੋਰ ਸੁਵਿਧਾ ਮਿਲੇਗੀ। ਧਾਰਮਿਕ ਸਥਾਨਾਂ 'ਤੇ ਵੀ ਜਿਹੜੀਆਂ ਉੱਚੀਆਂ ਪੋਸਟਾਂ ਵਾਲੇ ਹਨ, ਉੱਥੇ ਵੀ ਬੜਾ ਵਿਤਕਰਾ ਹੈ। ਦੇਖੋ ਤੁਸੀਂ, ਉੱਚੀਆਂ ਨੀਵੀਆਂ ਪੋਸਟਾਂ, ਆਮ ਸਧਾਰਨ ਸੇਵਾਦਾਰ ਹਨ, ਉਹਨਾਂ ਨੂੰ ਸਾਧਾਰਨ ਕਮਰਾ ਮਿਲਿਆ ਹੋਵੇਗਾ, ਸਾਧਾਰਨ ਰਹਿਸ਼ ਹੋਵੇਗੀ, ਅਤੇ ਜਿਹੜੇ ਉੱਪਰ ਕੁਰਸੀਆਂ 'ਤੇ ਬੈਠੇ ਹਨ ਵਰਕਰ, ਜਿਹੜੇ ਸਿਰਫ ਲਿਖਾ ਪੜ੍ਹੀ ਦਾ ਹੀ ਕੰਮ ਕਰਦੇ ਹਨ, ਉਹਨਾਂ ਨੂੰ ਆਲੀਸ਼ਾਨ ਬੰਗਲੇ ਮਿਲਦੇ ਹਨ। ਅਤੇ ਆਦਮੀ ਚਾਹੁੰਦਾ ਹੀ ਹੈ ਵੀ ਮੈਂ ਟੁੱਟੇ ਜਿਹੇ ਕਮਰੇ ਦੇ ਵਿੱਚ ਕਿਉਂ ਰਹਾਂ, ਅਗਰ ਅਵਸਰ ਮਿਲੇ ਤਾਂ ਮੈਂ ਕਿਉਂ ਨਾ ਬੰਗਲੇ ਦੇ ਵਿੱਚ ਪਹੁੰਚਾਂ। ਅਤੇ ਉੱਥੇ ਵੀ ਕੋਸ਼ਿਸ਼ ਹੈ, ਇੱਕ ਦੂਸਰੇ ਨਾਲ ਈਰਖਾ ਹੈ, ਅਤੇ ਜਿੱਥੇ ਵੀ ਕੰਪਟੀਸ਼ਨ ਹੋਵੇਗਾ ਉੱਥੇ ਹੀ ਈਰਖਾ ਹੋਵੇਗੀ, ਜਿੱਥੇ ਈਰਖਾ ਹੈ ਉੱਥੇ ਰਾਜਨੀਤੀ ਹੈ, ਜਿੱਥੇ ਵੀ ਕੰਪਟੀਸ਼ਨ ਹੈ ਉੱਥੇ ਰਾਜਨੀਤੀ, ਸਿਆਸਤ ਹੈ, ਵੀ ਦੂਸਰੇ ਨੂੰ ਥੱਲੇ ਲਾਉਣਾ ਹੈ, ਆਪ ਉੱਪਰ ਜਾਣਾ। ਅਤੇ ਧਾਰਮਿਕ ਸਥਾਨਾਂ 'ਤੇ ਵੀ ਐਸਾ ਹੀ ਹੋ ਰਿਹਾ, ਅਤੇ ਐਸਾ ਹੀ ਹੁੰਦਾ। ਅਤੇ ਸੁਪਨਾ ਜਦੋਂ ਪੂਰਾ ਵੀ ਹੁੰਦਾ ਹੈ ਨਾ, ਉਦੋਂ ਵੀ ਪਤਾ ਲੱਗਦਾ ਹੈ ਕਿ ਮਿਲਿਆ ਤਾਂ ਕੁਝ ਵੀ ਨਹੀਂ, ਜੈਸਾ ਦੇਖਿਆ ਸੇ ਵੈਸਾ ਥੋੜ੍ਹੀ। ਸੁਪਨਾ ਤਾਂ ਬੜਾ ਸੁਨਹਿਰੀ ਦੇਖਦਾ ਹੈ ਆਦਮੀ, ਅਤੇ ਸੁਪਨੇ ਦੇ ਵਿੱਚ ਜਾਗ ਵੀ ਜਾਂਦਾ ਹੈ,
ਤੇ ਜਾਗ ਕੇ ਵੀ ਸੁਪਨੇ ਦੇ ਵਿੱਚ ਸੁਪਨਾ ਹੀ ਦੇਖਦਾ ਹੈ ਆਦਮੀ। ਜਿਵੇਂ ਇਸ ਗੀਤ ਦੇ ਵਿੱਚ ਵੀ ਕਿਹਾ ਹੈ ਨਾ ਵੀ ਸੁਪਨੇ 'ਚੋਂ ਜਾਗ ਆ ਗਈ, ਫਿਰ ਆਕਾ ਨੇ ਬੁਲਾਇਆ, ਫਿਰ ਦਿਲ ਦੀ ਤਮੰਨਾ ਪੂਰੀ ਹੋ ਗਈ। ਤੋ ਵੀ ਸੁਪਨੇ ਦਾ ਹੀ ਹਿੱਸਾ ਹੈ। ਸੁਪਨੇ ਦੇ ਵਿੱਚ ਜਾਗਣ ਦਾ ਸੁਪਨਾ ਵੀ ਆਦਮੀ ਦੇਖ ਲੈਂਦਾ ਵੀ ਮੈਂ ਜਾਗ, ਮੈਂ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋ ਗਈ, ਮੈਨੂੰ ਮਿਲ ਗਿਆ ਪਰਮਾਤਮਾ। ਕਈ ਇਉਂ ਸੋਚ ਲੈਂਦੇ, ਦੇਖ ਲਿਆ, ਪਤਾ ਲੱਗ ਗਿਆ ਬਸ ਮੈਨੂੰ। ਜਾਂ ਕਈ ਗੁਰੂਆਂ ਦੇ ਦਰਸ਼ਨ ਕਰ ਲੈਂਦੇ ਹਨ, ਕਹਿੰਦੇ ਬਸ ਕਰ ਲਏ ਦਰਸ਼ਨ, ਮਿਲ ਪਏ ਗੁਰੂ। ਅਤੇ ਐਸੇ ਲੋਕ ਬਹੁਤ ਹਨ ਜਿਹੜੇ ਸਿਰਫ ਧਾਰਮਿਕ ਕਲਪਨਾ ਹੀ ਕਰ ਰਹੇ। ਕਿਸੇ ਨੇ ਕਿਸੇ ਢੰਗ ਦੀ ਕਲਪਨਾ ਕਰ ਲਈ, ਕਿਸੇ ਨੇ ਕਿਸੇ ਢੰਗ ਦੀ ਕਰ ਲਈ। ਅਤੇ ਕਲਪਨਾ ਦੇ ਵਿੱਚ ਵੀ ਸੁੱਖ ਮਿਲਦਾ ਹੈ ਇੱਕ ਤਰ੍ਹਾਂ ਦਾ। ਮਨ ਚੱਲਦਾ ਰਹਿੰਦਾ ਹੈ, ਬੰਦਾ ਕਰਦਾ ਰਹਿੰਦਾ ਹੈ। ਅਤੇ ਮੈਂ ਕਹਿੰਦਾ ਹਾਂ, ਤੁਸੀਂ ਕਲਪਨਾ ਨਾ ਕਰੋ, ਸੁਪਨਾ ਨਾ ਦੇਖੋ, ਖੁਆਬ ਨਾ ਦੇਖੋ। ਜਦੋਂ ਸ਼ਾਸਵਤ ਮੌਜੂਦ ਹੋਵੇ ਨਾ, ਤਾਂ ਉਦੋਂ ਖੁਆਬ ਨਹੀਂ ਦੇਖਣੇ ਚਾਹੀਦੇ ਹਨ। ਧਾਰਮਿਕ ਲੋਕ ਖੁਆਬ ਦਿਖਾਉਂਦੇ ਹਨ, ਗੁਰੂਆਂ ਦੇ, ਪੀਰਾਂ ਦੇ, ਪੈਗੰਬਰਾਂ ਦੇ, ਪਰਮਾਤਮਾ ਦਾ ਖੁਆਬ। ਦਰਅਸਲ ਪਰਮਾਤਮਾ ਖੁਆਬ ਵਿੱਚ ਆਉਂਦਾ ਹੀ ਨਹੀਂ ਹੈ, ਜੇ ਸੱਚ ਪੁੱਛੋ ਤਾਂ। ਪਰਮਾਤਮਾ ਤੁਹਾਡੇ ਸੁਪਨੇ ਦਾ ਹਿੱਸਾ ਥੋੜ੍ਹੀ ਬਣੇਗਾ। ਪਰਮਾਤਮਾ ਸੋਚ ਵਿਚਾਰ ਵਿੱਚ ਹੀ ਨਹੀਂ ਆਉਂਦਾ ਹੈ, ਅਤੇ ਨਾ ਹੀ ਉਹ ਖੁਆਬ ਵਿੱਚ ਆ ਸਕਦਾ ਹੈ, ਸੁਪਨੇ 'ਚ ਆ ਸਕਦਾ ਹੈ। ਸੁਪਨੇ 'ਚ ਉਹੋ ਹੀ ਆ ਸਕਦਾ ਹੈ ਤੁਹਾਡੇ 'ਚ ਜੋ ਤੁਸੀਂ ਸੋਚ ਸਕਦੇ ਹੋ, ਜਿੱਥੋਂ ਤੱਕ ਤੁਸੀਂ ਸੋਚ ਸਕਦੇ ਹੋ। ਅਤੇ ਪਰਮਾਤਮਾ ਨੂੰ ਤਾਂ ਸੋਚ ਹੀ ਨਹੀਂ ਸਕਦੇ ਤੁਸੀਂ, ਤੁਹਾਡੇ ਖਿਆਲ ਵਿੱਚ ਹੀ ਨਹੀਂ ਆ ਸਕਦਾ, ਅਤੇ ਸੁਪਨੇ 'ਚ ਕਿਵੇਂ ਆਵੇਗਾ? ਅਤੇ ਪਰਮਾਤਮਾ ਦਾ ਸੁਪਨਾ ਥੋੜ੍ਹੀ ਦੇਖਿਆ ਜਾਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਵੀ ਸੁਪਨੇ ਤੋਂ ਬਾਹਰ ਆਓ, ਪਰਮਾਤਮਾ ਦਾ ਸੁਪਨਾ ਨਾ ਦੇਖੋ ਵੀ ਪਰਮਾਤਮਾ ਮਿਲੇਗਾ ਫਿਰ ਕੀ ਹੋਵੇਗਾ। ਮਿਲੇਗਾ, ਕਈ ਇਹੋ ਹੀ ਤਿਆਰੀ ਕਰਦੇ ਰਹਿੰਦੇ ਆ। ਪਰਮਾਤਮਾ ਵੱਲ ਨੂੰ ਜਾਣ ਦੀ ਕਈ ਤਿਆਰੀ ਕਰਦੇ ਰਹਿੰਦੇ ਹਨ ਸਾਰੀ ਜ਼ਿੰਦਗੀ। ਕਈ ਇਹੋ ਜਿਹੇ ਮੈਂ ਦੇਖਿਆ ਹੈ ਜਗਿਆਸੂ, ਸਾਧਨਾ ਕਰਨ ਦੀ ਤਿਆਰੀ ਕਰਦੇ ਰਹਿੰਦੇ ਹਨ ਕਿ ਫਲਾਣੀ ਜਗ੍ਹਾ 'ਤੇ ਕੁਟੀਆ ਬਣਾ ਕੇ ਰਵਾਂਗੇ, ਉੱਥੇ ਸਾਧਨਾ ਕਰਾਂਗੇ, ਧਿਆਨ ਕਰਾਂਗੇ, ਜੰਗਲ 'ਚ ਰਵਾਂਗੇ, ਇਉਂ ਕਰਾਂਗੇ, ਜੇ ਕਰਾਂਗੇ। ਕਈ ਦੇਖੋ ਇਹੋ ਸੁਪਨਾ ਦੇਖਦੇ ਰਹਿੰਦੇ, ਕਰਾਂਗੇ, ਧਿਆਨ ਕਰਾਂਗੇ, ਇਹ ਵੀ ਸੁਪਨਾ ਦੇਖਦੇ। ਪਰਮਾਤਮਾ ਵੱਲ ਨੂੰ ਜਾਣ ਦੀ ਤਿਆਰੀ, ਇਹ ਤਾਂ ਸੁਪਨਾ ਦੇਖਿਆ ਜਾ ਸਕਦਾ ਹੈ, ਅਤੇ ਦੇਖਦੇ ਹਨ ਕਈ। ਅਤੇ ਤਿਆਰੀ ਜਿਹੜੇ ਕਰ ਰਹੇ ਹਨ ਨਾ, ਉਹ ਤਿਆਰੀ ਦਾ ਹੀ ਸੁਪਨਾ ਦੇਖਦੇ ਰਹਿੰਦੇ। ਕਈ ਪਰਮਾਤਮਾ ਨੂੰ ਖਿਆਲ ਵਿੱਚ ਰੱਖ ਕੇ ਵੀ ਸੁਪਨਾ ਦੇਖਦੇ, ਪਰ ਪਰਮਾਤਮਾ ਦਾ ਸੁਪਨਾ ਨਹੀਂ ਦੇਖਿਆ ਜਾ ਸਕਦਾ। ਪਰਮਾਤਮਾ ਸੁਪਨੇ 'ਚ ਨਹੀਂ ਆਉਂਦਾ ਹੈ। ਇਸ ਕਰਕੇ ਤੁਸੀਂ ਸੁਪਨਾ ਨਾ ਦੇਖੋ। ਕਿਉਂਕਿ ਸੁਪਨਾ ਦੇਖਣ ਦੀ ਫਿਰ ਤੁਹਾਡੀ ਆਦਤ ਬਣ ਜਾਵੇਗੀ। ਫਿਰ ਤੁਸੀਂ ਇੱਥੇ ਕੋਲ ਆਣ ਕੇ ਵੀ ਸੁਪਨਾ ਹੀ ਦੇਖਦੇ ਰਹੋਗੇ। ਹੁਣ ਇੱਥੇ ਕੋਲ ਰਹਿ ਕੇ ਵੀ ਸੁਪਨਾ ਦੇਖਿਆ ਹੀ ਜਾ ਸਕਦਾ ਹੈ ਨਾ। ਅਤੇ ਦੇਖਦੇ ਹਨ ਕਈ, ਜਦੋਂ ਮਿਲੇਗਾ, ਕਿਵੇਂ ਮਿਲੇਗਾ, ਕਿੱਦਾਂ ਮਿਲੇਗਾ, ਕੀ ਹੋਵੇਗਾ। ਨਹੀਂ, ਮੈਂ ਕਹਿੰਦਾ ਸੋਚੋ ਨਾ, ਮਿਲੇਗਾ ਪਰਮਾਤਮਾ। ਐਸਾ ਜਿਹੜਾ ਮਨ ਸੋਚ ਰਿਹਾ ਹੈ ਨਾ,
ਉਹ ਸੁਪਨੇ 'ਚ ਹੈ। ਪਰਮਾਤਮਾ ਮੌਜੂਦ ਹੈ। ਇਸ ਕਰਕੇ ਸੁਪਨੇ ਵੱਲੋਂ ਧਿਆਨ ਹਟਾਉਣਾ ਹੈ, ਕਲਪਨਾ ਵੱਲੋਂ ਧਿਆਨ ਹਟਾਉਣਾ ਹੈ, ਵਿਚਾਰਾਂ ਵੱਲੋਂ ਧਿਆਨ ਹਟਾਉਣਾ ਹੈ। ਸੋਚਣਾ ਨਹੀਂ ਹੈ ਅੱਗੇ। ਸੰਸਾਰ ਅੱਗੇ ਸੋਚਦਾ ਹੈ, ਠੀਕ ਹੈ, ਮਾਫ ਕੀਤਾ ਜਾ ਸਕਦਾ ਹੈ, ਕਿਉਂਕਿ ਸੰਸਾਰ ਦੀ ਰੀਤ ਹੈ ਕਲਪਨਾ ਕਰਨੀ, ਕਲਪਨਾ ਕਰਾਉਣੀ। ਸੰਸਾਰ ਚੱਲਦਾ ਹੀ ਕਲਪਨਾ ਦੇ ਸਹਾਰੇ, ਵਿਚਾਰ ਦੇ ਸਹਾਰੇ। ਚੱਲ ਨਹੀਂ ਸਕਦਾ ਨਾ ਕਲਪਨਾ ਕਰਨ ਲੋਕ। ਪਰ ਧਾਰਮਿਕ ਲੋਕ ਵੀ ਕਲਪਨਾ ਹੀ ਕਰ ਰਹੇ ਹਨ, ਅਤੇ ਧਰਮ ਵੀ ਕਲਪਨਾ ਦੇ ਸਹਾਰੇ ਹੀ ਚੱਲ ਰਿਹਾ ਹੈ। ਕਿਉਂਕਿ ਧਾਰਮਿਕ ਲੋਕ ਬਹੁਤ ਕਲਪਨਾ ਕਰੀ ਬੈਠੇ ਹਨ ਕਿ ਫਲਾਨੀ ਜਗ੍ਹਾ 'ਤੇ ਗੁਰੂ ਬੈਠਾ ਹੋਇਆ। ਇਸੇ ਕਾਰਨ ਉਹ ਜਾਂਦੇ ਵੀ ਹਨ ਜਿੱਥੇ ਵੀ ਉਹਨਾਂ ਦੀ ਕਲਪਨਾ ਹੁੰਦੀ ਹੈ, ਖਿਆਲ ਹੁੰਦਾ ਨਾ ਵੀ ਸ਼ਾਇਦ ਗੁਰੂ ਉੱਥੇ ਹੀ ਬੈਠੇ ਹੋਏ ਹਨ। ਬੜੀ ਸ਼ਕਤੀ ਹੈ ਉਸ ਸਥਾਨ 'ਤੇ। ਦੱਸੋ, ਗੁਰੂ ਨੂੰ ਵੀ ਲੋਕ ਭੂਤ ਪ੍ਰੇਤ ਹੀ ਬਣਾ ਦਿੰਦੇ ਨੇ। ਭੂਤ ਪ੍ਰੇਤ ਜਗ੍ਹਾ 'ਤੇ ਬਹਿੰਦੇ ਹਨ, ਜਗ੍ਹਾ ਮੱਲ ਕੇ। ਗੁਰੂ ਥੋੜ੍ਹੀ, ਗੁਰੂ ਤੇ ਜਗ੍ਹਾ ਤੋਂ ਮੁਕਤ ਹੁੰਦੇ ਹਨ, ਸਥਾਨ ਤੋਂ ਮੁਕਤ ਹੁੰਦੇ ਹਨ। ਤਦੇ ਤਾਂ ਮੁਕਤ ਹੋਏ। ਆਪਾਂ ਕਹਿੰਦੇ ਮੁਕਤ ਪੁਰਸ਼ ਦੇ ਨਾਲ ਤੁਸੀਂ ਜੁੜੇ, ਪਰ ਉਹਨਾਂ ਨੂੰ ਬੰਧਨ ਦੇ ਵਿੱਚ ਪਾ ਦਿੰਦੇ। ਧਾਰਮਿਕ ਲੋਕ ਦੇਖੋ, ਫਲਾਨੀ ਜਗ੍ਹਾ 'ਤੇ ਗੁਰੂ ਰਹਿੰਦੇ ਆ, ਕਈ ਸੋਚ ਲੈਂਦੇ। ਜਿਵੇਂ ਇੱਕ ਕਥਾਵਾਚਕ ਕਹਿ ਰਿਹਾ ਸੀ, ਬਾਬਾ ਦੀਪ ਸਿੰਘ ਜੀ ਉੱਥੇ ਅੰਮ੍ਰਿਤਸਰ ਸਰੋਵਰ ਦੇ ਕਿਨਾਰੇ ਰਹਿੰਦੇ ਹਨ। ਦੇਖੋ, ਟੈਂਕ ਨੂੰ ਗਾਂਹ ਨਹੀਂ ਵਧਣ ਦਿੱਤਾ। ਹੁਣ ਜਿਹੜਾ ਉੱਥੇ ਬੈਠਾ ਹੋਇਆ ਹੈ, ਉਹ ਤਾਂ ਫਿਰ ਵੈਸੇ ਹੀ ਬੈਠਾ ਹੋਵੇਗਾ ਜੈਸਾ ਪ੍ਰੇਤ ਬਹਿੰਦਾ। ਸ਼ਹੀਦ ਦਾ ਭਾਵ ਹੁੰਦਾ ਹੈ ਮੁਕਤ ਹੋ ਗਿਆ, ਨਿਰਾਕਾਰ ਦੇ ਵਿੱਚ ਲੀਨ ਹੋ ਜਾਂਦਾ ਹੈ ਸ਼ਹੀਦ, ਜਾਂ ਪ੍ਰਭੂ ਦਾ ਪਿਆਰਾ ਜਾਂ ਗੁਰੂ। ਅਤੇ ਨਿਰਾਕਾਰ ਦੇ ਵਿੱਚ ਜਿਹੜਾ ਲੀਨ ਹੋ ਜਾਂਦਾ ਹੈ ਉਹ ਹਰ ਥਾਂ ਹੀ ਹੁੰਦਾ ਹੈ। ਅਤੇ ਜਿਹੜਾ ਇੱਕ ਜਗ੍ਹਾ ਹੁੰਦਾ ਹੈ ਉਹ ਮੁਕਤ ਨਹੀਂ ਹੁੰਦਾ ਹੈ। ਅਤੇ ਜਿਹੜਾ ਮੁਕਤ ਨਹੀਂ ਹੈ ਉਹ ਆਪ ਨਹੀਂ ਮੁਕਤ ਹੋਇਆ, ਦੂਸਰਿਆਂ ਨੂੰ ਕਿਵੇਂ ਮੁਕਤ ਕਰ ਸਕਦਾ। ਅਤੇ ਸ਼ਹੀਦਾਂ ਦੀ ਧਾਰਨਾ ਵੀ ਸਿੱਖ ਇਉਂ ਹੀ ਲੈ ਕੇ ਬਹਿੰਦੇ ਹਨ ਵੀ ਕੋਈ ਸ਼ਹੀਦ ਹੋਇਆ ਸ਼ਾਇਦ ਉੱਥੇ ਬੈਠਾ ਹੋਇਆ। ਜੇ ਉਹ ਬੈਠਾ ਹੋਇਆ ਹੈ ਉੱਥੇ, ਫਿਰ ਉਹ ਸ਼ਹੀਦ ਹੀ ਨਹੀਂ ਹੋਇਆ, ਉਹ ਤਾਂ ਜਗ੍ਹਾ ਨੂੰ ਪਕੜ ਕੇ ਬਹਿ ਗਿਆ। ਜਗ੍ਹਾ ਸਥਾਨ ਨੂੰ ਥੋੜ੍ਹੀ ਪਕੜਦਾ ਹੈ। ਜਿਹੜਾ ਨਹੀਂ ਪਕੜਦਾ ਹੈ, ਤਿਆਗ ਦਿੰਦਾ ਹੈ ਸਭ ਕੁਛ, ਆਪਣਾ ਆਪ ਵਾਰ ਦਿੰਦਾ, ਉਹ ਮੁਕਤ ਹੋ ਜਾਂਦਾ। ਜਿਹੜਾ ਮੁਕਤ ਹੋ ਜਾਂਦਾ ਉਹ ਕਿਸੇ ਸਥਾਨ 'ਤੇ ਨਹੀਂ ਹੁੰਦਾ। ਖਿਆਲ ਵਿੱਚ ਰੱਖਿਓ, ਉਹ ਕਹਿੰਦਾ ਨਹੀਂ ਹੈ ਮੇਰਾ ਸਥਾਨ ਬਣਾਓ। ਗੁਰੂਆਂ ਨੇ ਨਹੀਂ ਕਿਹਾ ਹੈ ਸਾਡੇ ਸਥਾਨ ਬਣਾਓ। ਉਹ ਸਾਰੇ ਸਥਾਨਾਂ ਤੋਂ ਮੁਕਤ ਹਨ। ਹਾਂ, ਉਹਨਾਂ ਨੇ ਸਥਾਨ ਬਣਾਏ ਸਨ ਸਿਰਫ ਸਤਸੰਗ ਕਰਨ ਵਾਸਤੇ, ਪੂਜਾ ਕਰਨ ਵਾਸਤੇ ਨਹੀਂ। ਪਰ ਬੈਠ ਗਏ ਪੁਜਾਰੀ ਤੋਂ ਸੁਪਨਿਆਂ ਦੇ ਵਿੱਚ ਪਾ ਰਹੇ ਹਨ, ਲੋਕਾਂ ਨੂੰ ਸੁਪਨੇ ਦਿਖਾ ਰਹੇ ਹਨ ਵੀ ਗੁਰੂ ਕੋਲ ਆਓਗੇ, ਬੜੇ ਕਾਰੋਬਾਰ ਚੱਲਣਗੇ, ਬੜੇ ਧੰਦੇ ਚੱਲਣਗੇ। ਕਿਸੇ ਨੂੰ ਕਹਿ ਦਿੰਦੇ ਹਨ ਸਵਰਗ ਮਿਲੂਗਾ, ਗੁਰਪੁਰੀ ਮਿਲੂਗੀ, ਅਤੇ ਸੁਪਨਿਆਂ ਦੇ ਵਿੱਚ ਪਾਉਂਦੇ ਆ। ਅਤੇ ਲੋਕ ਸੁਪਨਿਆਂ ਦੇ ਵਿੱਚ ਚੱਲ ਰਹੇ ਆ। ਅਤੇ ਸੁਪਨਾ ਦੇਖਣਾ ਬੰਦ ਕਰੋ, ਖੁਆਬ ਨਾ ਦੇਖੋ। ਜਦੋਂ ਵਾਸਤਵਿਕ ਮੌਜੂਦ ਹੋਵੇ ਨਾ ਪ੍ਰਤੱਖ, ਕਮ ਸੇ ਕਮ ਉਦੋਂ ਖੁਆਬ ਨਾ ਦੇਖੋ। ਅਤੇ ਜਦੋਂ ਤੁਸੀਂ ਵਾਸਤਵਿਕ ਦੇ ਵਿੱਚ ਖੁਆਬ ਨਾ ਦੇਖੋਗੇ ਨਾ, ਅਤੇ ਪ੍ਰਤੱਖ ਦੇ ਸਾਹਮਣੇ ਆ ਜਾਓਗੇ ਅਤੇ ਜਾਣੋਗੇ ਵੀ ਇਹ ਜਿਹੜਾ ਹੈ ਨਾ, ਇਹ ਮੇਰੇ ਵੀ ਕਿਸੇ ਵੀ ਖੁਆਬ ਵਿੱਚ ਆਉਣ ਵਾਲਾ ਨਹੀਂ ਸੀ। ਮੈਂ ਕਹਿੰਦਾ ਹਾਂ
ਵੀ ਤੁਸੀਂ ਜਦੋਂ ਖੁਆਬ ਛੱਡ ਦਿੱਤੇ ਨਾ, ਸੁਪਨੇ ਛੱਡ ਦਿੱਤੇ, ਸੁਪਨੇ ਤੋਂ ਜਾਗ ਗਏ, ਤੇ ਉਦੋਂ ਤੁਸੀਂ ਦੇਖੋਗੇ ਜਿਹਨੂੰ, ਉਹਨੂੰ ਤੁਸੀਂ ਜਾਣੋਗੇ ਵੀ ਕਿਸੇ ਵੀ ਸੁਪਨੇ ਵਿੱਚ ਨਹੀਂ ਆ ਸਕਦਾ, ਕਿਸੇ ਖਾਬ ਵਿੱਚ ਨਹੀਂ ਆ ਸਕਦਾ। ਉਹ ਸਾਰੇ ਸੁਪਨਿਆਂ ਤੋਂ ਮੁਕਤ ਹੈ। ਤੁਹਾਡੇ ਖੁਆਬ ਵਿੱਚ ਪਰਮਾਤਮਾ ਨਹੀਂ ਆਵੇਗਾ। ਇਹ ਗੱਲ ਖਿਆਲ ਵਿੱਚ ਰੱਖਿਓ। ਤੇ ਇਸ ਕਰਕੇ ਵਾਰ-ਵਾਰ ਕਿਹਾ ਜਾਂਦਾ ਹੈ ਵੀ ਮਨ ਬੁੱਧੀ ਤੂੰ ਪਾਰ ਹੈ, ਅਗਮ ਅਗੋਚਰ ਹੈ, ਅਗਾਧ ਬੋਧ ਹੈ। ਉਹ ਖੁਆਬ ਵਿੱਚ ਨਹੀਂ ਆਉਂਦਾ, ਉਹ ਸਾਰੇ ਖੁਆਬਾਂ ਤੋਂ ਪਾਰ ਹੈ, ਸੁਪਨਿਆਂ ਤੋਂ ਪਾਰ ਹੈ, ਪਾਰ ਹੈ, ਪਾਰ ਹੈ।